बिस्मिल्लाहिर्रहमानिर्रहीम। नाज़रीन अस्सलाम वालेकुम। ਤੁਸੀਂ ਦੇਖਦੇ ਪਏ ਹੋ ਨਿਊਜ਼ ਟਾਈਮ ਤੇ ਨਿਊਜ਼ ਟਾਈਮ ਦੀ ਵੱਡੀ ਖਬਰਾਂ 'ਚ ਸਭ ਤੋਂ ਪਹਿਲੇ ਖਬਰ ਸਦਰ ਟਰੰਪ ਦਾ ਭਾਰਤ ਤੇ 25% ਟੈਰਿਫ ਆਇਦ ਕਰਨ ਦਾ ਐਲਾਨ। ਨਏ ਟੈਰਿਫ ਦਾ ਇਤਲਾਕ 1 ਅਗਸਤ ਤੋਂ ਹੋਏਗਾ। ਅਗਰ ਇੰਡੀਆ ਨੇ ਟੈਰਿਫ ਅਦਾ ਨਾ ਕੀਤਾ ਤੇ ਭਾਰੀ ਜੁਰਮਾਨਾ ਅਦਾ ਕਰਨਾ ਹੋਏਗਾ। ਅਮਰੀਕੀ ਸਦਰ ਦੀ ਤੰਬੀਹ ਤੇ ਕਾਸਮ ਖਾਨ ਨੇ ਕਿਹਾ ਹੈ ਕਿ ਆਸਮ ਅਨੀਨ ਨੇ ਇਮਰਾਨ ਖਾਨ ਨੂੰ ਕੈਦ ਕਰਕੇ ਸਭ ਕੁਝ ਕੰਟਰੋਲ ਕੀਤਾ ਹੈ ਤੇ ਹੁਣ ਐਕਸਟੈਂਸ਼ਨ ਚਾਹੁੰਦਾ ਹੈ। ਮੈਂ ਨਾ ਤੇ ਸਿਆਸਤਦਾਨ ਹਾਂ ਤੇ ਨਾ ਮੈਂ ਸਿਆਸਤ ਜਾਣਾ ਚਾਹੁੰਦਾ ਵਾਂ। ਸਿਰਫ ਇਹ ਚਾਹੁੰਦਾ ਵਾਂ ਕਿ ਮੇਰਾ ਵਾਲਦ ਜਿਹੜਾ ਹੈ ਜੇਲ੍ਹ ਤੋਂ ਬਾਹਰ ਆ ਜਾਏ। ਰਿਚਰਡ ਗ੍ਰੈਨਲ ਨੇ ਦੇ ਨਾਲ ਜਿਹੜੀ ਗੱਲਬਾਤ ਹੋਈ ਉਹ ਤੋਂ ਮੈਂ ਪੂਰ ਉਮੀਦ ਆ। ਅਮਰੀਕੀ ਇਦਾਰੇ ਨੂੰ ਇੰਟਰਵਿਊ ਦਿੰਦੇ ਆ ਉਹਨਾਂ ਨੇ ਆਪਣੇ ਖਿਆਲਾਂ ਦਾ ਇਜ਼ਹਾਰ ਕੀਤਾ। ਉਹਨਾਂ ਨੇ ਕਿਹਾ ਕਿ ਇਮਰਾਨ ਖਾਨ ਤੇ 200 ਤੋਂ ਜ਼ਿਆਦਾ ਮੁਕੱਦਮਾਤ ਨੇ। ਜਦੋਂ ਵੀ ਕਿਸੇ ਮੁਕੱਦਮੇ ਤੋਂ ਬਰੀ ਹੁੰਦੇ ਨੇ ਤੇ ਮੁਕੱਦਮਾ ਖਤਮ ਹੁੰਦਾ ਹੈ ਤੇ ਇਹਨਾਂ ਤੇ 4-5 ਮੁਕੱਦਮੇ ਹੋਰ ਪਾ ਦਿੱਤੇ ਜਾਂਦੇ ਨੇ। ਐਵੇਂ ਲੱਗਦਾ ਹੈ ਜਿਵੇਂ ਇਹਦਾ ਕੋਈ ਇਖਤਤਾਮ ਨਹੀਂ। ਉਹਨਾਂ ਨੇ ਕਿਹਾ ਸਾਨੂੰ ਫਿਕਰ ਹੈ ਕਿ ਕੋਈ ਰਸਤਾ ਨਹੀਂ ਗਾ ਤੇ ਨਾ ਅਸੀਂ ਇਹਨਾਂ ਨਾਲ ਗੱਲ ਕਰ ਸਕਨੇ ਆ। ਤਕਰੀਬਨ 4 ਮਾਹ ਪਹਿਲੇ ਇੱਕ ਇੰਟਰਵਿਊ ਦਿੱਤਾ ਸੀ ਜਿਹਦੇ ਵਿੱਚ ਮੈਂ ਇਨਸਾਨੀ ਹਕੂਕ ਦੀ ਖਿਲਾਫਵਰਜ਼ੀਆਂ ਦੇ ਬਾਰੇ 'ਚ ਗੱਲ ਕੀਤੀ ਸੀ। ਇਸ ਤੋਂ ਪਹਿਲੇ ਕੁਝ ਲਮਹਾਤ ਬੜੇ ਤਕਲੀਫਦੇਹ ਸਨ। ਇਮਰਾਨ ਖਾਨ ਦੇ ਔਰ ਖਾਜਾ ਆਸਮ ਨੇ ਕਿਹਾ ਕਿ ਇਮਰਾਨ ਖਾਨ ਦੇ ਬੇਟਿਆਂ ਨੂੰ ਹਕੂਮਤ ਆਉਣ ਤੋਂ ਕਿਉਂ ਰੋਕੇਗੀ, ਲੇਕਿਨ ਪੀਟੀਆਈ ਨੂੰ 9 ਮਈ ਜਾਂ 26 ਨਵੰਬਰ ਬਰਪਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਤੇ ਸ਼ਹਬਾਜ਼ ਹੁਕੂਮਤ ਦੇ ਕਾਰਨਾਮੇ ਦੇ ਸ਼ਹਬਾਜ਼ ਹੁਕੂਮਤ ਦੇ ਫੈਸਲੇ ਦੇ ਬਾਇਸ ਜਿਹੜਾ ਹੈ ਸ਼ੂਗਰ ਮਿਲਾਂ ਤੇ ਨੂੰ 300 ਅਰਬ ਰੁਪਏ ਇਜ਼ਾਫੀ ਕਮਾਉਣ ਦਾ ਮੌਕਾ ਮਿਲਿਆ ਹੈ। ਚੀਨੀ ਦੇ ਮੌਜੂਦਾ ਬੁਰਾਨ ਦੇ ਵਿੱਚ ਸ਼ੂਗਰ ਮਿਲਜ਼ ਮਾਲਕਾਨ ਨੇ 300 ਅਰਬ ਰੁਪਇਆ ਜ਼ਿਆਦਾ ਕਮਾਇਆ ਹੈ ਤੇ 42 ਖਾਨਦਾਨਾਂ ਨੇ 300 ਅਰਬ ਰੁਪਇਆ ਕਮਾਇਆ ਹੈ। ਪਬਲਿਕ ਅਕਾਊਂਟ ਕਮੇਟੀ 'ਚ ਇੰਕਸ਼ਾਫ ਹੋਇਆ ਹੈ। ਉਸ ਤੋਂ ਇਲਾਵਾ 9 ਮਈ ਮੁਕੱਦਮਾਤ ਤੇ ਚੀਫ ਜਸਟਿਸ ਜਹੀਆ ਅਫਰੀਦੀ ਨੂੰ ਸ਼ਿਬਲੀ ਫਰਾਜ਼ ਨੇ ਸੈਨੇਟ ਅਪੋਜੀਸ਼ਨ ਲੀਡਰ ਨੇ ਖਤ ਲਿਖ ਦਿੱਤਾ ਹੈ। ਉਹਨਾਂ ਨੇ ਕਿਹਾ 9 ਮਈ ਮੁਕੱਦਮਾਤ ਦੇ ਫੇਅਰ ਟ੍ਰਾਇਲ ਤੇ ਬੁਨਿਆਦੀ ਇਨਸਾਨੀ ਹਕੂਕ ਪਾਮਾਲ ਹੋਏ ਨੇ। ਸ਼ਿਬਲੀ ਫਰਾਜ਼ ਦਾ ਚੀਫ ਜਸਟਿਸ ਜਹੀਆ ਅਫਰੀਦੀ ਨੂੰ ਖਤ ਤੇ ਉਹਨਾਂ ਨੇ ਆਖਿਆ ਹੈ ਕਿ ਕਾਨੂੰਨ ਦੀ ਬਾਲਾਬਦਸਤੀ ਦੇ ਬਗੈਰ ਇਨਸਾਫ ਮੁਮਕਿਨ ਨਹੀਂ। ਆਇਨ ਦੇ ਆਰਟੀਕਲ 110A ਦੀ ਖਿਲਾਫਵਰਜ਼ੀ ਨਾਕਾਬਲੇ ਕਬੂਲ ਹੈ। ਸ਼ਿਬਲੀ ਫਰਾਜ਼ ਨੇ ਚੀਫ ਜਸਟਿਸ ਅੱਗੇ ਦਰਖਾਸਤ ਕੀਤੀ ਹੈ ਕਿ ਆਪਣਾ ਆਇਨੀ ਕਿਰਦਾਰ ਅਦਾ ਕੀਤਾ ਜਾਏ। ਤੇ ਰੂਸ ਦੇ ਵਿੱਚ 8.8 ਸ਼ਿੱਦਤ ਦਾ ਜ਼ਲਜ਼ਲਾ। ਅਮਰੀਕਾ ਦੇ ਵਿੱਚ ਸੁਨਾਮੀ। ਰੈਸਕਿਊ ਅਦਾਰਿਆਂ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ। ਆਲਮੀ ਖਬਰਸਾਂ ਅਦਾਰੇ ਦੇ ਮੁਤਾਬਕ ਰੂਸੀ ਸੈਲ ਤੇ ਆਉਣ ਵਾਲੇ ਜ਼ਲਜ਼ਲੇ ਦੇ ਹੁਣ ਤੱਕ ਜਾਨੀ ਨੁਕਸਾਨ ਦੀ ਤਫਸੀਲਾਤ ਸਾਹਮਣੇ ਨਹੀਂ ਆਈਆਂ, ਲੇਕਿਨ ਇਹਦੇ ਨਤੀਜੇ ਸੁਨਾਮੀ ਦੀਆਂ ਸ਼ਦੀਦ ਲਹਿਰਾਂ ਪੈਦਾ ਹੋ ਗਈਆਂ ਨੇ, ਜਦਕਿ ਰੂਸ ਤੇ ਜਾਪਾਨ ਦੇ ਵਿੱਚੋਂ 20 ਲੱਖ ਅਫਰਾਦ ਨੂੰ ਮਹਿਫੂਜ਼ ਮੁਕਾਮ ਤੇ ਮੁੰਤਕਿਲ ਕਰ ਦਿੱਤਾ ਗਿਆ ਹੈ। ਤੇ ਫਲਸਤੀਨ ਦੇ ਰਿਆਸਤ ਦਾ ਮਸਲਾ ਉਹਦੇ ਵਿੱਚ ਇਸਰਾਈਲ ਨੂੰ ਲੈਣੇ ਦੇ ਦੇਣੇ ਪੈ ਗਏ ਨੇ। ਅਕਵਾਮ ਮੁਤੱਹਿਦਾ ਕਾਨਫਰੰਸ ਦੇ ਵਿੱਚ ਫਲਸਤੀਨੀ ਰਿਆਸਤ ਦੇ ਕਿਆਮ ਵਾਸਤੇ 15 ਮਹੀਨਿਆਂ ਦਾ ਵਕਤ ਤੈਅ। ਇਸਰਾਈਲ ਤੇ ਅਮਰੀਕਾ ਜਿਹੜਾ ਹੈ ਨਾ ਉਹ ਪਲਾਟੀਆਂ ਮਾਰਨਾ ਸ਼ੁਰੂ ਹੋ ਗਏ ਨੇ। ਨਿਊਯਾਰਕ ਦੇ ਵਿੱਚ ਸਊਦੀ ਅਰਬ ਤੇ ਫਰਾਂਸ ਦੀ ਮੇਜ਼ਬਾਨੀ ਨਾਲ ਹੋਣ ਵਾਲੀ ਅਕਵਾਮ ਮੁਤੱਹਿਦਾ ਦੀ ਦੋ ਰਿਆਸਤੀ ਹੱਲ ਕਾਨਫਰੰਸ ਦੇ ਵਿੱਚ ਫਲਸਤੀਨੀ ਰਿਆਸਤ ਦੇ ਕਿਆਮ ਦੇ ਲਈ 5 ਮਹੀਨਿਆਂ ਦਾ ਵਕਤ ਤੈਅ ਕਰ ਲਿੱਤਾ ਗਿਆ ਹੈ। ਤੇ ਦੂਜੀ ਇਹਦੇ ਵਾਲੇ ਨਾਲ ਦੀ ਖਬਰ ਹੈ ਕਿ ਫਰਾਂਸ ਨੇ ਫਲਸਤੀਨੀਆਂ ਤੇ ਹਮਲੇ ਕਰਨ ਵਾਲੇ ਇਸਰਾਈਲੀ ਇਬਾਦਤਕਾਰਾਂ ਨੂੰ ਦਹਿਸ਼ਤਗਰਦ ਕਰਾਰ ਦੇ ਦਿੱਤਾ ਹੈ। ਇਸਰਾਈਲੀ ਇਬਾਦਤਕਾਰਾਂ ਦੇ ਮੁਬੀਨਾ ਹਮਲੇ ਦੇ ਵਿੱਚ ਆਸਕਰ ਅਵਾਰਡ ਯਾਫਤਾ ਫਿਲਮ ਨਾਲ ਜੁੜੇ ਕਾਰਕੁਨ ਓਦ ਮੁਹੰਮਦ ਹਥੈਲਨ ਸ਼ਹੀਦ ਹੋ ਗਏ ਨੇ। ਤੇ ਉਸ ਤੋਂ ਇਲਾਵਾ ਫਰਾਂਸ ਨੇ ਵੀ ਜਿਹੜਾ ਵੇ ਉਹਨਾਂ ਨੇ ਵੀ ਫਰਾਂਸ ਤੇ ਬਰਤਾਨੀਆ ਨੇ ਦੇ ਬਿਆਨ ਤੋਂ ਬਾਅਦ ਕੈਨੇਡਾ ਨੇ ਵੀ ਫਲਸਤੀਨੀ ਰਿਆਸਤ ਨੂੰ ਤਸਲੀਮ ਕਰਨ ਤੇ ਗੌਰ ਕਰ ਲਿੱਤਾ ਹੈ। ਅਟਾਵਾ ਦੇ ਵਿੱਚ ਫਰਾਂਸ ਤੇ ਬਰਤਾਨੀਆ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਫਲਸਤੀਨੀ ਰਿਆਸਤ ਨੂੰ ਤਸਲੀਮ ਕਰਨ ਵਾਸਤੇ ਸੰਜੀਦਗੀ ਨਾਲ ਗੌਰ ਕਰਨਾ ਸ਼ੁਰੂ ਕਰ ਦਿੱਤਾ ਹੈ। ਕੈਨੇਡੀਅਨ ਮੀਡੀਆ ਰਿਪੋਰਟ ਕਰ ਰਿਹਾ ਹੈ ਕਿ ਵਜ਼ੀਰ ਆਜ਼ਮ ਮਾਰਕ ਕਾਰਨੀ ਮਸ਼ਰਕ ਵਸਤਾ ਦੀ ਸੂਰਤ ਹਾਲ ਤੇ ਕਬੀਨਾ ਦਾ ਵਰਚੁਅਲ ਇਜਲਾਸ ਬੁਲਾਉਣਗੇ ਤੇ ਜਿਹਦੇ ਵਿੱਚ ਫਲਸਤੀਨ ਦੀ ਮੁਮਕਿਨਾ ਰਿਆਸਤੀ ਹਸੀਅਤ ਤੇ ਗੌਰ ਕੀਤਾ ਜਾਏਗਾ। ਤੇ ਅਮਰੀਕਾ ਕਰਜ਼ਿਆਂ ਥੱਲੇ ਦਬ ਗਿਆ ਤੇ ਚੀਕਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਅਮਰੀਕਾ ਦੇ ਉੱਤੇ 36 ਖਰਬ ਡਾਲਰ ਦਾ ਕਰਜ਼ ਤੇ ਹਕੂਮਤ ਨੇ ਸ਼ਹਿਰੀਆਂ ਨੂੰ ਕਰਜ਼ ਉਤਾਰਨ ਵਾਸਤੇ ਅਪੀਲ ਕਰ ਦਿੱਤੀ ਹੈ। ਅਮਰੀਕੀ ਹਕੂਮਤ ਨੇ ਆਪਣੇ ਸਰਕਾਰੀ ਵੈਬਸਾਈਟ ਦੇ ਉੱਤੇ ਸ਼ਹਿਰੀਆਂ ਦੇ ਕੋਲੋਂ ਅਪੀਲ ਕੀਤੀ ਹੈ ਤੇ ਆਨਲਾਈਨ ਅਦਾਇਗੀ ਪਲੇਟਫਾਰਮ ਦੇ ਜ਼ਰੀਏ ਕੌਮੀ ਖਜ਼ਾਨਾ ਕਰਜ਼ਾ ਉਤਾਰਨ ਵਾਸਤੇ ਹਕੂਮਤ ਦੀ ਮਦਦ ਕੀਤੀ ਜਾਏ। ਹੁਣ ਤੱਕ ਲਈ ਨਾਜ਼ਰੀਨ ਇੰਨਾ ਹੀ। ਅਗਲੀ ਵੀਡੀਓ ਤੱਕ ਇਜਾਜ਼ਤ ਦਿਓ।